ਅਤੇ ਲੱਕੜੀ ਸਭ ਦੇ ਅੰਦਰ ਕੀੜਾ ਹੁੰਦਾ ਹੈ। ਉਹਨਾਂ ਕੀੜਿਆਂ ਦੇ ਜਲਣੇ ਸੇ ਪਾਤਕ ਹੋ ਜਾਂਦਾ ਹੈ। ਜੋ ਕੀੜੇ ਜਲਦੇ ਨੇ, ਪਾਤਸ਼ਾਹ ਬਚਨ ਕਹਿੰਦੇ ਨੇ, ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਇ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਇ। जितने अन्न दे दाने ने, जीव के बिना कोई भी नहीं है। जीव तो बिना कोई भी नहीं। देखो पहले पानी ही जियो है, पहला पानी जियो है जित हरिया सब। जे सब कोई हरिया उतपत आनंद होता है। पानी जल भी सूतक क्यों कर रखी है, सूतक पवै रसोए। नानक सूतक एव न उतरै, ज्ञान उतारे धोए। ऐसा जन्म ते मन रूप सूतक पातक किवें रोके। भाव दूर होए, ये सूतक तो सोई विच सब दा काल ही पिया रहिंदा है। सूतक इस प्रकार नहीं उतरता, निश्चय करके नहीं उतरता। सूतक नूं ज्ञान धो करके उतारता है। नानक सूतक एव न उतरै, ज्ञान उतारे धोए। सतगुरु पातशाह अगे बेनती की, सच्चे पातशाह जी वो कौन सूतक है जो ज्ञान करके उतरदा? ऐसा सूतक किहड़ा है? पातशाह फरमाउंदे ने, महला पहला मन का सूतक लोभ, जेवा सूतक कूड़। अखी सूतक वेखण, पार रै पार धन रूप। कन्नी सूतक कन पै, लायत वारी खाग। नानक हंसा आदमी, बदे जमपुर जा। गुरु नानक देव महाराज जी पावन उपदेश बख्शदे ने, मन का सूतक लोभ है, जेवा सूतक कूड़। लोभ रूप सूतक मन नूं लगया होया। लोभ दे विच मन बड़ा लोभी है, सूतक लगया। झूठ बोलना ये बाणी नूं सूतक लग। परिस्थिति दा रूप पराया, धन खोटी निगाह से देखना ये नितरा नूं सूतक लग गया। कन्ना विच सूतके जो कन उपर चुगली कोई खावे, उसनूं सुनना इस प्रकार करके हथ पैर नासका दा भी सूतक। जे भाव विच जो इंद्रिय जांदे नहीं, सब सूतक। पातशाह फरमाउंदे ने, नानक हंसा आदमी, बदे जम पुर जा। इन्हां सूतकां के पकड़े हुए हंस रूप जो आदमी मनुख ने, सो जमपुरी दे विच जांदे ने, संगलां नाल बंधे होए। पातशाह के बेनती कीती है, सूतक पूर्व कथन ज्ञान ते उतरदा है। पातशाह फरमाउंदे ने, महला पहला सबो सूतक भरम है, दूजे लगे जाए। जमण मरना हुक्म है, भाणे आवे जाए। निज सिद्धांत करके पावन बचन कहते ने, सब सूतकां दा सूतक भरम है। जीव अद्वैत भाव विच आम देव उपासना विच जा लगे ने। भाव देवी देवतियां बड़ियां वसाणां नूं पूजन लग जाते हैं। जमना ते मरना ये तो सब प्रभु दा हुक्म ही है। जन्म गए फिर मरना है, ये हुक्म है परमात्मा। कले आवह नानका सदे उठी जागे। कलिया सी आ गया, बुलावा होवेगा, जाना पवेगा। ये भाणे करके जीव आउंदा ते जांदा। हुक्म आगे आवे आगे आ जाए। जमना मरना हुक्म है, भाणा आवे जाए।
ਖਾਣਾ ਪੀੜਾ ਪਵਿੱਤਰ ਹੈ ਦੇ ਤੋਂਦ ਰਿਜਕ ਸੰਭਾਗ। ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਜੋ ਰਿਜਕ ਭੋਜਨ ਪ੍ਰਭੂ ਨੇ ਪਹੁੰਚਾ ਦਿੱਤਾ ਤੇ ਇਸਦਾ ਖਾਣਾ ਪੀਣਾ ਇਹ ਸਭ ਪਾਵਨ ਪਵਿੱਤਰ ਵਸਤੂ ਹੈ। ਜੋ ਤੁਸੀਂ ਸੂਤ ਕਹਿੰਦੇ ਹੋ, ਸਤਿਗੁਰੂ ਪੰਡਤਾਂ ਬ੍ਰਾਹਮਣਾਂ ਨੂੰ ਕਹਿਣ ਲੱਗੇ, ਤੁਸੀਂ ਸੂਤ ਕਹਿੰਦੇ ਹੋ, ਸੋ ਇਹ ਮਨਮੁਖਾਂ ਨੂੰ ਹੈ ਸੂਤ, ਗੁਰਮੁਖਾਂ ਨੂੰ। ਜਿਨ ਗੁਰਮੁਖਾਂ ਨੇ ਅਕਾਲ ਪੁਰਖ ਦਾ ਭਾਣਾ ਸਮਝਿਆ, ਪਰਮੇਸ਼ਰ ਦੇ ਹੁਕਮ ਵਿੱਚ ਨੇ, ਸਤਵਾਦੀ ਨੇ, ਗੁਰਮਤੀ ਨੇ, ਗੁਰਸ਼ਬਦੀ ਨੇ, ਤੇ ਇਹਨਾਂ ਨੂੰ ਸੂਤਕ ਲੱਗਦਾ ਕਿ ਨਹੀਂ। ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾਹੀ। ਉਹਨਾਂ ਦਾ ਖਾਣਾ ਪੀਣਾ ਵੀ ਪਾਵਨ ਪਵਿੱਤਰ ਹੈ, ਸਭ ਵਸਤੂ ਖਾਣਾ ਪੀਣਾ ਪਵਿੱਤਰ ਹੈ ਦੇ ਤੋਂਦ ਰਿਜਕ ਸੰਭਾਗੇ। ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾਹੀ। ਪੌੜੀ ਸਤਿਗੁਰ ਵੱਡਾ ਘਰ ਸਾਰਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਜਿਸ ਸਤਿਗੁਰੂ ਦੇ ਵਿੱਚ ਵੱਡੀਆਂ ਵਡਿਆਈਆਂ ਨੇ, ਵੱਡੀ ਸੋਭਾ ਹੈ ਗੁਰੂ ਦੀ। ਸੋ ਵੱਡਾ ਕਰਕੇ ਜਾਣ ਕੇ ਸਲਾਹੀਏ, ਗੁਣ ਗਾਈਏ। ਸਹਿ ਵੇਲੇ ਤਾਂ ਨਦਰੀ ਆਈਆਂ, ਜਾਤ ਸੁਭਾਣਾ ਤਾਂ ਮਨ ਵਸਾਈਆਂ। ਜਬ ਸੁਆਮੀ ਅਕਾਲ ਪੁਰਖ ਗੁਰੂ ਨਾਲ ਮਿਲਾਵੇ, ਤਬ ਗੁਰ ਵਡਿਆਈਆਂ ਦ੍ਰਿਸ਼ਟੀ ਵਿੱਚ ਆ ਜਾਂਦੀਆਂ। ਜਿਸ ਪਰਮੇਸ਼ਰ ਨੂੰ ਸਿੱਖ ਪਾਇਆ ਤਾਂ ਮਨ ਵਿੱਚ ਵਸਾਈਆਂ। ਕਰ ਹੁਕਮ ਮਸਤਕ ਹੱਥ ਧਰ, ਵਿੱਚ ਹੋ ਮਾਲ ਕੱਢੀਆਂ ਬੁਰਿਆਈਆਂ। ਪਾਤਸ਼ਾਹ ਫਰਮਾਉਂਦੇ ਨੇ, ਜਦ ਪਰਮੇਸ਼ਰ ਨੇ ਹੁਕਮ ਦਿੱਤਾ ਤਬ ਗੁਰੂ ਨੇ ਮਸਤਕ ਪਰ ਹੱਥ ਰੱਖ ਕੇ ਦੇ ਵਿੱਚੋਂ ਮਾਰ ਕੇ ਕਾਮਾਦ ਬੁਰਾਈਆਂ ਕੱਢ ਦਿੱਤੀਆਂ। ਕਾਮਾਦੀ ਬੁਰਾਈਆਂ ਕਿਹੜੀਆਂ ਨੇ? ਕਾਮ, ਕ੍ਰੋਧ, ਲੋਭ, ਮੋਹ। ਸਹਿ ਤੁਠੈ ਨੌ ਨਿਧ ਪਾਈਆਂ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਸੋ ਜਬ ਪਤੀ ਪਰਮਾਤਮਾ ਪ੍ਰਸੰਨ ਹੋਇਆ ਤਬ ਨੌ ਨਿਧੀਆਂ ਪ੍ਰਾਪਤ ਹੋਈਆਂ, ਮਿਲ ਗਈਆਂ, ਸੁਤੇ ਗਈ। ਸਲੋਕ ਮਹਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ, ਸੁਚੈ ਬੈਠਾ ਆਏ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਜਗਤ ਦੇ ਰਹਿਬਰ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ। ਪਹਿਲਾ ਸੁੱਚਾ ਆਪ ਹੋਏ, ਸੁਚੈ ਬੈਠਾ ਆਏ। ਵਿਥਮ ਆਪ ਇਸ਼ਨਾਨ ਯਾਦ ਨਿਤ ਕਿਰਿਆ ਸੇ ਪਾਵਨ ਹੋਵੇ। ਉਹ ਸੁੱਚੇ ਕੀਤੇ ਚੌਂਕੇ ਵਿੱਚ ਆ ਕੇ ਬਹਿੰਦਾ। ਪਹਿਲਾ ਆਪ ਸੁੱਚਾ ਹੋਵੇ, ਪਾਵਨ ਹੋਵੇ। ਪਹਿਲਾ ਸੁੱਚਾ ਆਪ ਹੋਏ, ਸੁਚੈ ਬੈਠਾ ਆਏ। ਸੁੱਚੇ ਅੱਗੇ ਰੱਖਿਓਨ, ਕੋਏ ਨਾ ਭੇਟਿਓ ਜਾਏ। ਪਵਿੱਤਰ ਬ੍ਰਾਹਮਣ ਸੋਈਏ ਨੇ ਭੋਜਨ ਦਾ ਥਾਲ ਅੱਗੇ ਰੱਖ ਦਿੱਤਾ, ਤੂੰ ਜਾ ਕੇ ਕੋਈ ਵੀ ਨਹੀਂ ਛੋਇਆ। ਸੁੱਚਾ ਹੋਏ ਕੈ ਜੀਵਿਆ, ਲੱਗਾ ਪੜਨ ਸਲੋਕ। ਇਸ ਪ੍ਰਕਾਰ ਪਵਿੱਤਰ ਹੋ ਕੇ ਭੋਜਨ ਕੀਤਾ, ਸ਼ਲੋਕ ਪੜ੍ਹਨ ਲੱਗਾ, ਉਹ ਪੜ੍ਹਨੇ ਲੱਗਿਆ। ਕੋਤੀ ਜਾਈ ਸਟਿਆ, ਕਿਸ ਇਹੋ ਲੱਗਾ ਰੋਕ। ਇਸ ਪਵਿੱਤਰ ਭੋਜਨ ਨੂੰ ਜਠਰਾ ਅਗਨ ਸੇ ਪਚਾ ਕੇ ਪ੍ਰੇਸ਼ਟ ਸਥਾਨਾਂ ਵਿੱਚ ਮਲ ਰੂਪ ਕਰਕੇ ਤਿਆਗਿਆ। ਪਾਤਸ਼ਾਹ ਕਹਿਣ ਲੱਗੇ, ਬ੍ਰਾਹਮਣਾਂ ਨੂੰ ਇਹ ਕਹੋ ਕਿ ਅੰਨ ਦਾ ਉਹ ਦੋਸ਼ ਕਿਸ ਨੂੰ ਲੱਗਿਆ, ਇਹ ਬਿਆਨ ਕਰੋ। ਬੜਾ ਸੁੱਚਾ ਸੀ ਉਹ ਅੰਨ, ਪਾਵਨ ਸੀ। ਸੁੱਚਾ ਹੋ ਕੇ ਹੀ ਬਣਾਇਆ ਭੋਜਨ ਤਿਆਰ ਹੋਇਆ। ਕੋਹਤੀ ਜਾਈ ਸੱਟਿਆ, ਕਿਸ ਇਹੋ ਲੱਗਾ ਦੋ। ਪਵਿੱਤਰ ਭੋਜਨ ਜਠਰਾ ਅਗਨ ਵਿੱਚ ਪਚਾ ਕੇ ਪ੍ਰੇਸ਼ਟ ਸਥਾਨਾਂ ਵਿੱਚ ਮਲ ਰੂਪ ਕਰਕੇ ਤਿਆਗ ਦਿੱਤਾ। ਇਹ ਕਹੋ ਅੰਨ ਦਾ ਦੋਸ਼ ਪੇ ਕਿਸ ਨੂੰ ਲੱਗਦਾ? ਉਸੀ ਭੋਜਨ ਕਰਤਾ ਨੂੰ ਲੱਗਿਆ। ਪਾਤਸ਼ਾਹ ਫਰਮਾਉਂਦੇ ਨੇ,
ਅੰਨ ਦੇਵਤਾ ਪਾਣੀ ਦੇਵਤਾ ਬੈਸੰਤ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾ ਹੋਆ ਪਾਕ ਪਵਿੱਤ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾ ਹੋਆ ਪਾਕ ਪਵਿੱਤ। ਪ੍ਰਥਮ ਅੰਨ ਆਪ ਦੇਵਤਾ ਹੈ, ਅੰਨ ਵੀ ਦੇਵਤਾ, पानी भी देवता है, अग्नि भी देवता। लूण जब इन पूर्वोक्त चार वस्तुओं विच पंजवां की पाया घिओ घृत पा दिता, तब भोजन पावन पवित्र हो गया। पातशाह फिर बचन की कहते ने, पापी स्यों तन गड्डिया थुक्का पईया तित। गुरु नानक देव महाराज जी बचन कहन लगे, पापी स्यों तन गड्डिया थुक्कां पईयां तित। इन पंजां दी सता रूप सिद्ध भोजन पापी तन स्यों पापी जीव ने शरीर साथ जब मिलाया भोजन, तब उस पर लोकां दियां थुक्कां पईयां। सो भोजन वल रूप नूं देख के गिलानी करके लोग थुक दिंदे ने। पापी स्यों तन गड्डिया थुक्कां पईयां तित। पातशाह फिर की वचन कहते ने, जित मुख नाम ना ऊचरे बिन रावै रस खाए। नानक एवै जानिए तित मुख थुक्का पाए। सतगुरु गुरु नानक देव महाराज जी कहने लगे, प्यारियो ये निश्चय जानो सच है कि जिस दे मुख से नाम का उच्चारण नहीं होता, जो परमेश्वर की इबादत बंदगी विच नहीं जुड़दा, नाम नहीं जपदा, बिना नाम दे रस खांदे ने, भोग भोगदे ने, ये थुक तिन्हां ही दे मुख विच पैंदी है। महला पहला भंड जमीए भंड निमीए भंड मंगण भी आओ। भंडो होवै दोसती भंडो चलै राह। कोई स्त्री की निंदिया द्वारा जिस की निंदिया करता सा, बड़े कबोल आदि बोल रहा सा। जगत दे रहबर जगत गुरु गुरु नानक देव महाराज जी ने पावन बाणी उचारी बचन कहन लगे, गुरदेव पातशाह जी भंड जमी है भंड निमी है भंड मंगण भी आओ। भंडो होवै दोस्ती भंडो चलै राह। तब स्त्री विच निम्रता निवाणता रित रित दान दे के पुरुष शुक्र नूं संचन करके ठहराउंदा है। से पुत्र जन्मदा स्त्री साथ मंगना होता है, ब्याह स्त्री नाल ही होता है। स्त्री से दोस्ती स्त्री करके संसार जो संबंधी ने संसार नाल संबंध बनते ने केवल स्त्री करके ही बनते हैं। भंडो होवै दोस्ती भंडो चलै राह। फिर रस्ता मार्ग चलता है संबंध ने स्त्री करके। भंड मोआ भंड भालिए भंड होवै बंदान। सो क्यों मंदा किए जित जमै राजान। गुरु नानक देव महाराज जी जगत दे रहबर जगत गुरु पातशाही पावन ने उपदेश देते हैं। जो सतगुरु पातशाह ये वचन कह रहे हैं, भंड मोआ भंड भालिए भंड होवै बंदान। जब एक स्त्री के शरीर का अभाव होया तब दूसरी स्त्री खोज दी। स्त्रियों सब लड़ लागियों के लाग होते बंधान। स्त्री को खोटा वचन क्यों कहिए? पातशाह कहते जिस स्त्री से राधे जन्म देने ऋषि मुनि संतां महापुरखों के जन्म होते हैं। सो क्यों मंदा आखी है जित जमै राजा। बड़े बड़े राजे सूरवीर योधे स्त्री तो ही जन्मे ने। भंड मोआ भंड भाली है भंड होवै बंधान। सो क्यों मंदा आखी है जित जमै राजा। सतगुरु फरमाउंदे ने, भंडो ही भंड उपजै भंडै वाज ना कोय।
ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਕਿ ਇਸਤਰੀਆਂ ਸੀ, ਇਸਤਰੀਆਂ ਉਤਪੰਨ ਹੁੰਦੀਆਂ, ਇਸ ਕਰਕੇ ਇਸਤਰੀ ਰਹਿਤ ਕੋਈ ਨਹੀਂ ਹੋ ਸਕਦਾ, ਇਸਤਰੀ ਰਹਿਤ ਕੋਈ ਵੀ ਨਹੀਂ। ਇੱਕ ਸੱਚਾ ਅਜੂਨੀ ਸੰਭਵ ਜੋ ਦੁਨੀਆ ਵਿੱਚ ਨਹੀਂ ਆਉਂਦਾ, ਕੌਣ? ਪਰਮੇਸ਼ਰ ਪਰਮਾਤਮਾ। ਇਸ ਇਸਤਰੀ ਤੇ ਭਿੰਨ ਹੈ। ਪਰਮਾਰਥ ਵਿੱਚ ਕਹਿੰਦੇ ਨੇ ਪਾਤਸ਼ਾਹ, ਜਿਤ ਮੁਖ ਸਦਾ ਸਾਲਾਹੀਐ ਭਾਗਾ ਰਤੀ ਚਾਰ। ਨਾਨਕ ਤੇ ਮੁਖ ਉਜਲ ਤਿਤ ਸਚੈ ਦਰਬਾਰ। ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਬਚਨ ਕਹਿੰਦੇ ਨੇ ਪਰਮਾਰਥ, ਜਿਤ ਮੁਖ ਸਦਾ ਸਾਲਾਹੀਐ ਭਾਗਾ ਰਤੀ ਚਾਰ। ਜਿਸ ਮੁਖ ਕਰਕੇ ਸਦੀਵ ਕਾਲ ਪਰਮੇਸ਼ਰ ਦੀ ਸੋਭਾ ਕਰੀ ਦੀ, ਗੁਣ ਗਾਏ ਜਾਂਦੇ ਨੇ, ਵਾਹਿਗੁਰੂ ਦੀ ਸਿਫਤ ਹੁੰਦੀ ਹੈ। ਤੇ ਸੀਦੇ ਭਾਗਾਂ ਦੀ ਸੁੰਦਰ ਚਾਰ ਵੇਦ ਕਹਿੰਦੇ ਨੇ, ਰਚਨਾ ਕੈਸੀ ਭਾਗਾ ਰਤੀ ਚਾਰ, ਚਾਰ ਵੇਦ ਵੀ ਕਹਿੰਦੇ ਨੇ। ਉਸਦੀ ਭਾਗ ਦੀ ਰਤੀ ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ। ਸਤਿਗੁਰੂ ਫਰਮਾਉਂਦੇ ਸੱਚੇ ਦੇ ਦਰਬਾਰੇ ਤਿੰਨਾਂ ਦੇ ਮੁਖ ਉਜਲ ਨੇ, ਉਹ ਵਡਿਆਈ ਦੇ ਪਾਤਰ ਨੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵੱਡੀਆਂ ਵਡਿਆਈਆਂ ਸੋਭਾ ਨੇ, ਕਿਉਂਕਿ ਨਾਮ ਦੀ ਬੜੀ ਵਡਿਆਈ ਤੇ ਸੋਭਾ। ਪਾਤਸ਼ਾਹ ਫਰਮਾਉਂਦੇ ਨੇ ਪਰਮਾਰਥ, ਜਿਤ ਮੁਖ ਸਦਾ ਸਾਲਾਹੀਐ ਭਾਗਾ ਰਤੀ ਚਾਰ। ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ। ਪੌੜੀ ਸਭ ਕੋ ਆਖੈ ਆਪਣਾ, ਜਿਸ ਨਾਹੀ ਸੋ ਚੁਣ ਕੱਢੀਐ। ਪਰਮੇਸ਼ਰ ਨੂੰ ਸਭ ਕੋਈ ਆਪਣਾ ਕਹਿੰਦਾ ਕਿ ਮੇਰਾ ਪਰਮੇਸ਼ਰ, ਮੇਰਾ ਖੁਦਾ ਹੈ, ਮੇਰਾ ਅੱਲਾ, ਮੇਰਾ ਵਾਹਿਗੁਰੂ। ਸਭ ਕੋਈ ਕਹਿੰਦਾ, ਐਸਾ ਕੋਈ ਨਹੀਂ ਹੈ ਜਿਸ ਦਾ ਪਰਮੇਸ਼ਰ ਨਹੀਂ, ਐਸਾ ਕੋਈ ਵੀ ਨਹੀਂ। ਤੂੰ ਸਭ ਸਹਿਟੀ ਵਿੱਚੋਂ ਚੁਣ ਕੇ ਅਲੱਗ ਕੱਢੀਏ ਤਾਂ ਕੋਈ ਨਹੀਂ ਦਿਖਦਾ। ਭਾਵ ਇਹ ਕਿ ਪਰਮੇਸ਼ਰ ਸਭਨਾ ਦਾ ਹੈ, ਸਾਂਝਾ ਸਾਹਿਬ ਬਾਪ ਹਮਾਰਾ। ਉਹ ਬਾਪ ਪਿਤਾ ਸਾਂਝਾ, ਨੌ ਨਿਤ ਤੇਰਾ ਖੁੱਟ ਭੰਡਾਰਾ। ਪਾਤਸ਼ਾਹ ਫਰਮਾਉਂਦੇ ਨੇ ਉਹ ਸਭਨਾ ਦਾ ਸਾਂਝਾ ਹੈ, ਸਭਨਾ ਦਾ ਮਾਤਾ ਪਿਤਾ ਹੈ। ਸਾਰੇ ਕਹਿੰਦੇ ਨੇ ਮੇਰਾ ਹੈ, ਮੇਰਾ ਹੈ, ਪਰ ਪਾਤਸ਼ਾਹ ਫਰਮਾਉਂਦੇ ਨੇ ਉਹ ਸਭਨਾ ਦਾ ਹੀ ਹੈ। ਸਭਨਾ ਨੂੰ ਰੋਜੀ ਦਿੰਦਾ ਹੈ, ਪਾਲਣਾ ਕਰਦਾ ਹੈ। ਭਾਵੇਂ ਕੋਈ ਅਕਿਰਤ ਘਣ ਕਿਉਂ ਨਾ ਹੋਵੇ, ਉਸਦੀ ਵੀ ਪਾਲਣਾ ਪਰਮੇਸ਼ਰ ਕਰਦਾ ਹੈ, ਕਿਉਂਕਿ ਆਪ ਮਾਤਾ ਪਿਤਾ ਸਭਨਾ ਦਾ ਹੈ। ਵਾਸਤਵ ਤੇ ਆਪਣਾ ਮਾਤਾ ਪਿਤਾ ਹੀ ਪਰਮੇਸ਼ਰ ਹੈ। ਸਤਿਗੁਰੂ ਪਾਤਸ਼ਾਹ ਇਹ ਵੀ ਫਰਮਾਉਂਦੇ ਨੇ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਉ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਹਰੀ ਦੇ ਬਾਲਕ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਐ। ਆਪਣਾ ਆਪਣਾ ਕੀਤਾ ਹੋਇਆ ਜੋ ਕਰਮ ਹੈ, ਤੇ ਦਾ ਹਿਸਾਬ ਵੀ ਆਪ ਹੀ ਭਰੀਦਾ ਹੈ, ਕੋਈ ਦੂਜਾ ਨਹੀਂ ਭਰਦਾ, ਸਾਧਨਾ ਪੈਂਦਾ, ਕਿਉਂਕਿ ਕਰਮ ਹੈ। ਕਰਮਾਂ ਦੀ ਗਤੀ ਐਸੀ ਬਲਵਾਨ ਹੈ, ਭਾਵੇਂ ਮਨੁੱਖ ਵੱਡਾ ਧਨੀ ਕਿਉਂ ਨਾ ਹੋਵੇ, ਰਾਜਾ ਮਹਾਰਾਜਾ ਕਿਉਂ ਨਾ ਹੋਵੇ, ਪਰ ਕਰਮ ਤਾਂ ਭੋਗਣੇ ਪੈਣਗੇ। ਇਹ ਪਰਮੇਸ਼ਰ ਦਾ ਵਿਧਾਨ ਮਰਜ਼ਾਦਾ ਹੈ। ਜੈਸਾ ਤੂੰ ਤਨ ਰੂਪੀ ਧਰਤੀ ਵਿੱਚ ਬੀਜ ਬੀਜੇਗਾ, ਕਰਮ ਦਾ ਭੋਗਣਾ ਪਵੇਗਾ। ਭੋਗੇ ਤੋਂ ਬਿਨਾਂ ਰੋਜ਼ ਨਹੀਂ ਹੋਵੇਗਾ। ਕੀਤਾ ਆਪੋ ਆਪਣਾ, ਆਪ ਕੀਤਾ ਆਪ ਪਾਵੇਗਾ। ਆਪ ਬੀਜ ਬੀਜੇ ਆਪੇ ਵੱਢੇਗਾ ਖੱਟੇਗਾ। ਆਪੇ ਹੀ ਲੇਖਾ ਸੰਡੀਏ ਦਾ ਲੇਖਾ ਕੋਈ ਦੂਜਾ ਨਹੀਂ ਦੇਵੇਗਾ। ਸਵੈਂ ਮਨੁੱਖ ਨੂੰ ਹੀ ਦੇਣਾ ਪੈਂਦਾ ਹੈ, ਕਿਉਂਕਿ ਇਹ ਯੁੱਗ ਕਲ ਯੁੱਗ ਦਾ ਹੈ।
ਐਹ ਕਰ ਕਰੇ ਸੋ ਐਹ ਕਰ ਪਾਏ, ਕੋਈ ਨਾ ਪਕੜੀਐ ਕਿਸੈ ਥਾਏ। ਜਾ ਰਹਿਣਾ ਨਾਹੀ ਐਤ ਜਗ, ਤਾਂ ਕਾਇਤ ਗਾਰਬ ਖੰਡੀਐ। ਸਤਿਗੁਰੂ ਪਾਤਸ਼ਾਹ ਉਪਦੇਸ਼ ਦਿੰਦੇ ਨੇ ਪਿਆਰਿਆ, ਸਦੀਵੀ ਤਾਂ ਤੂੰ ਰਹਿਣਾ ਨਹੀਂ, ਤੈਨੂੰ ਪਤਾ ਕਿ ਇਸ ਤਨ ਨੂੰ ਛੱਡ ਕੇ ਜਾਣਾ। ਸੁੰਦਰ ਦੇਹੀ ਬਲਵਾਨ ਦੇਹੀ ਨੂੰ, ਧਨ ਪਦਾਰਥਾਂ ਨੂੰ, ਮੁਹੱਲਾ ਨੂੰ, ਪ੍ਰਭਤਾ ਨੂੰ, ਜੋ ਬੜੀ ਤੇਰੀ ਸੋਭਾ ਤੇ ਵਡਿਆਈ ਹੈ, ਇਸ ਨੂੰ ਛੱਡ ਕੇ ਜਾਣਾ ਹੈ ਤੂੰ। ਐਸੀ ਵਡਿਆਈ ਵੀ ਕਾਹਦੀ। ਸਤਿਗੁਰਾਂ ਨੇ ਇਹ ਵੀ ਬਚਨ ਕਹੇ ਨੇ, ਉਸ ਵਡਿਆਈ ਪ੍ਰਭਤਾ ਨੂੰ ਤੀਲੀ ਕਿਉਂ ਨਹੀਂ ਲਾਉਂਦਾ ਜਿਸ ਵਡਿਆਈ ਦੇ ਵਿੱਚ ਆਇਆ ਤੂੰ ਪਰਮੇਸ਼ਰ ਤੋਂ ਬੇਮੁਖ ਹੋ ਗਿਆ। ਨਾਨਕ ਦੁਨੀਆ ਕੀਆਂ ਵਡਿਆਈਆਂ ਕੀ ਸੇਤੀ ਜਾ, ਇਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲੀਆਂ ਨਾਲ। ਇੱਕ ਵੀ ਨਾਲ ਨਹੀਂ ਚੱਲਦੀ, ਕਿਉਂਕਿ ਨਾਮ ਤੋਂ ਬੇਮੁਖ ਹੋ ਗਿਆ। ਪਾਤਸ਼ਾਹ ਫਰਮਾਉਂਦੇ ਜਾ ਰਹਿਣਾ ਨਾਹੀ ਐਤ ਜਗ, ਤਾ ਕਾਇਤ ਗਾਰਬ ਖੰਡੀ ਹੈ। ਇਹ ਪਿਆਰਿਆ, ਜਬ ਇਸ ਸੰਸਾਰ ਵਿੱਚ ਰਹਿਣਾ ਕੀ ਨਹੀਂ, ਰਹਿਣਾ ਕੋ ਪਈ ਹੈ, ਸਭਨਾ ਨੇ ਜਾਣਾ। ਇਹ ਜਗਤ ਸੰਸਾਰ ਪਰਮੇਸ਼ਰ ਨੇ ਕੈਸਾ ਖੇਲ ਰਚਿਆ ਹੈ। ਖੇਲ ਨੂੰ ਰਚ ਰਚ ਕੇ ਫਿਰ ਦੇਖਦਾ ਵੀ ਬੜਾ ਪ੍ਰਸੰਨ ਹੁੰਦਾ ਹੈ। ਦੇਖਦਾ ਹੈ ਉਹਨਾਂ ਮੱਧਮੁੱਖਾਂ ਨੂੰ, ਪਾਪੀਆਂ ਨੂੰ, ਹੰਕਾਰੀਆਂ ਨੂੰ, ਕਿ ਇਹਨਾਂ ਨੇ ਮੈਨੂੰ ਜਾਣਿਆ ਨਹੀਂ। ਇਹ ਭੁੱਲੇ ਬੈਠੇ ਕਿ ਪਰਮੇਸ਼ਰ ਨੂੰ ਬੜਾ ਦੂਰ ਜਾਣਦੇ ਨੇ। ਨਾ ਕਰਨ ਵਾਲੇ ਕਰਮਾਂ ਦੀ ਉਹ ਬੀਜ ਬੀਜਦੇ ਨੇ, ਕਿਉਂਕਿ ਸੂਝੀ ਨਹੀਂ। ਅਗਿਆਨ ਅਵਿਦਿਆ ਦਾ ਪਰਦਾ ਪੈ ਗਿਆ। ਮਰਨਾ ਭੁਲਾ ਹੀ ਦਿੱਤਾ ਕਿ ਮਰਨਾ। ਪਾਤਸ਼ਾਹ ਉਪਦੇਸ਼ ਦਿੰਦੇ ਨੇ, ਜਾ ਰਹਿਣਾ ਨਾਹੀ ਐਤ ਜਗ, ਜਬ ਸੰਸਾਰ ਵਿੱਚ ਰਹਿਣਾ ਕੀ ਨਹੀਂ। ਜੇ ਤੈਨੂੰ ਸੂਝੀ ਹੈ ਤਾਂ ਕਾਇਤ ਗਾਰਬ ਖੰਡੀ ਹੈ। ਤਬ ਕਿਉਂ ਗਰਭ ਵਿੱਚ ਫਿਰੀਏ, ਹੰਕਾਰ ਵਿੱਚ ਫਿਰੀਏ, ਕਿਉਂ ਇਤਨੇ ਵੱਡੇ ਵੱਡੇ ਅਡੰਬਰ ਰਚੀਏ, ਕਿਉਂਕਿ ਰਹਿਣਾ ਤੂੰ ਤਾਂ ਮੁਸਾਫਰ ਹੈ, ਪਰਦੇਸੀ ਹੈ। ਕਿਉਂਕਿ ਜਾਣਾ ਪਵੇਗਾ। ਜਿਸ ਮਾਰਗ ਦਾ ਤੂੰ ਪਾਂਦੀ ਹੈ, ਤੂੰ ਕਦੇ ਵਿਚਾਰਿਆ ਨਹੀਂ ਜਿਸ ਮਾਰਗ ਤੇ ਜਾਣਾ। ਜਿਸ ਘਰ ਵਿੱਚ ਮੇਰਾ ਵਾਸਾ ਹੋਣਾ, ਕੋਈ ਤੋਸਾ ਪੱਲੇ ਨਹੀਂ ਬੰਨਿਆ। ਬੜੀ ਵਾਟ ਜਿਸ ਦੇ ਕੋ ਵੀ ਗਿਣੇ ਨਹੀਂ ਜਾਂਦੇ। ਤੂੰ ਕਦੇ ਵਿਚਾਰਿਆ ਉੱਥੇ ਨਾਲ ਇਹ ਧਨ ਪਦਾਰਥ ਪ੍ਰਭਤਾ ਆਦਿ ਕੁਝ ਜਾਵੇਗਾ, ਕੁਝ ਵੀ ਨਹੀਂ ਜਾਣਾ। ਕੇਵਲ ਪਰਮੇਸ਼ਰ ਦਾ ਨਾਮ ਜਾਣਾ, ਸੱਚੀ ਕਰਨੀ ਜਾਣੀ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਦੀ ਪਾਵਨ ਬਚਨ ਕਰਨੇ। ਸੇਵਾ ਤੇ ਸਿਮਰਨ ਜਿਵੇਂ ਪੰਖੀ ਦੋ ਪਰਾਂ ਨਾਲ ਉੱਡਦਾ ਹੈ। ਸੇਵਾ ਤੇ ਸਿਮਰਨ, ਫਿਰ ਲੋਕ ਤੇ ਪਰਲੋਕ ਸਹੇਲਾ ਕਿਸ ਦਾ, ਜੋ ਸੇਵਾ ਤੇ ਸਿਮਰਨ ਕਰਦਾ ਹੈ ਸਫਲ ਹੋ। ਕਿਉਂਕਿ ਸਦੀਵੀ ਤਾਂ ਪਾ ਰਹਿਣਾ, ਜਾਣਾ ਪੈਣਾ। ਪਤਾ ਨਹੀਂ ਕਦੋਂ ਸੱਦਾ ਬੁਲਾਵਾ ਆ ਜਾਵੇ, ਫਿਰ ਗਰਵ ਕਰਦਾ, ਹੰਕਾਰ ਕਰਦਾ। ਪਾਤਸ਼ਾਹ ਫਰਮਾਉਂਦੇ ਨੇ, ਮੰਦਾ ਕਿਸੈ ਨਾ ਆਖੀਐ, ਪਰ ਅੱਖਰ ਇਹੋ ਬੁਝੀਐ। ਮੂਰਖੈ ਨਾਲ ਨਾ ਲੂਝੀਐ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਪਿਆਰਿਆ, ਮੰਦਾ ਕਿਸੈ ਨਾ ਆਖੀਐ, ਪਰ ਅੱਖਰ ਇਹੋ ਬੁਝੀਐ। ਕਿਸੇ ਨੂੰ ਬੁਰਾ ਨਾ ਕਹਿ, ਸ਼ਸਤਰ ਦੇ ਅੱਖਰ ਪੜ੍ਹ ਕਿ ਇਹੀ ਸਮਝਦੇ। ਔਰ ਜੋ ਮੂਰਖ ਜੋ ਜੀਵ ਨੇ, ਇਹਨਾਂ ਦੇ ਸਾਥ ਵਤੰਡਾਵਾਦ ਸੇ ਨਾ ਝਗੜ। ਕਿਉਂ ਝਗੜਨਾ, ਕਿਉਂ ਸਮਾਂ ਵਿਅਰਥ ਬਤੀਤ ਕਰਨਾ। ਇਹ ਤਾਂ ਮੂਰਖ ਨੇ, ਜੋ ਝਗੜਦਾ ਉਹ ਮਹਾ ਮੂਰਖ। ਪਾਤਸ਼ਾਹ ਫਰਮਾਉਂਦੇ ਨੇ, ਮੰਦਾ ਕਿਸੇ ਨਾ ਆਖੀਐ, ਪਰ ਅੱਖਰ ਇਹੋ ਬੁਝੀਐ। ਕਿਸੇ ਨੂੰ ਬੁਰਾ ਨਾ ਕਹਿ, ਸ਼ਸਤਰ ਦੇ ਅੱਖਰ ਪੜ੍ਹ ਕੇ ਸਮਝ ਲੈ, ਸੂਝੀ ਹੈ ਤੈਨੂੰ।
ਇਹ ਭਗਤ ਕਬੀਰ ਜੀ ਮਹਾਰਾਜ ਸਭਨਾਂ ਨਾਲੋਂ ਸ਼੍ਰੋਮਣੀ ਭਗਤ ਹੋਏ ਨੇ ਭਗਤਾਂ ਨਾਲੋਂ। ਭਗਤ ਜੀ ਦੇ ਪਾਵਨ ਬਚਨ ਕਹਿੰਦੇ ਕਬੀਰ ਸਭ ਤੇ ਹਮ ਬੁਰੇ। ਜਗ ਬੁਰਾ ਕਹਿੰਦਾ ਸੀ ਭਗਤ ਨੂੰ, ਨਿੰਦਿਆ ਕਰਦੇ ਸੀ ਲੋਕ, ਪਰ ਰੱਬ ਦੇ ਜਨ ਬੇਮੋਹਤਾਜ ਬੇਪਰਵਾਹ ਹੁੰਦੇ ਨੇ। ਭਗਤ ਕਬੀਰ ਜੀ ਨੇ ਪਾਵਨ ਬਚਨ ਵੀ ਕਹਿ ਦਿੱਤੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਸਾਰੇ ਚੰਗੇ ਨੇ, ਜਿਨੀ ਐਸਾ ਕਰ ਬੂਝਿਆ ਬੀਤ ਹਮਾਰਾ ਸੋਏ। ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਹਮਕੋ ਖਰੀ ਪਿਆਰੀ। ਨਿੰਦਾ ਬਾਪ ਨਿੰਦਾ ਮਹਿਤਾਰੀ। ਭਗਤ ਜੀ ਨੇ ਪਾਵਨ ਸ਼ਬਦ ਉਚਾਰੇ, ਕਿਉਂਕਿ ਜੋ ਨਿੰਦਿਆ ਕਰਦਾ ਅਣਹੋਂਦਾ ਭਾਰ ਆਪਣੀ ਸੀਸ ਤੇ ਲੈ ਲੈਂਦਾ। ਅਣਹੋਂਦਾ ਭਾਰ ਰਿਦੈ ਸੁਧ ਜੋ ਨਿੰਦਾ ਹੋਏ, ਖੰਬਰੇ ਕੱਪੜੇ ਨਿੰਦਕ ਧੋਏ। ਪਾਤਸ਼ਾਹ ਫਰਮਾਉਂਦੇ ਨੇ ਮੰਦਾ ਕਿਸੇ ਨਾ ਆਖੀਐ, ਪਰ ਅੱਖਰੇ ਹੋ ਬੁੱਝੀਐ, ਕਿਸੇ ਨੂੰ ਬੁਰਾ ਨਾ ਕਹੀਏ। ਸ਼ਸਤਰ ਦੇ ਅੱਖਰ ਪੜ੍ਹ ਕੇ ਸਮਝ ਲਈਏ ਕਿ ਜੋ ਮੂਰਖ ਜੀਵ ਨੇ ਤਾਂ ਮੂਰਖ ਨੇ। ਇਹਨਾਂ ਦੇ ਸਾਥ ਵਟੰਡਾ ਬਾਤ ਨਾ ਕਰੀਏ, ਨਾ ਝਗੜੀਏ। ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ, ਕਿਉਂਕਿ ਸਮਾਂ ਵਿਅਰਥ ਬੀਤਦਾ ਹੈ। ਇਹ ਸਵਾਸ ਸਵਾਸ ਜੋ ਪਰਮੇਸ਼ਰ ਨੇ ਬਖਸ਼ੇ ਨੇ, ਸਵਾਸ ਤੇ ਗਿਣਤੀ ਮਿਣਤੀ ਦੇ ਨੇ, ਉਹ ਆਪਣਾ ਕੀਤਾ ਪਾਵੇਗਾ। ਇਹ ਨਹੀਂ ਕਿ ਉਸ ਨੂੰ ਸਜ਼ਾ ਨਹੀਂ ਮਿਲਣੀ। ਪਰਿਪੂਰਨ ਪਰਮਾਤਮਾ ਬੜਾ ਬੇਅੰਤ ਹੈ, ਜੋਜੀ ਪ੍ਰੀਤਮ ਹੈ। ਉਹ ਦੇਖਦਾ ਹੈ, ਸੁਣਦਾ ਹੈ, ਉਸ ਤੋਂ ਕੁਝ ਲੁਕਿਆ ਛੁਪਿਆ ਨਹੀਂ। ਉਹ ਮਾਲਕ ਬੜਾ ਬੇਅੰਤ ਹੈ, ਬੜਾ ਬੇਅੰਤ ਹੈ। ਜੋ ਮਨ ਚਿੱਤ ਨਾ ਚੇਤੇ ਸੰਸੋ ਗੱਲ ਦੀ, ਰੱਬ ਕਿਉਂ ਰੱਬ ਕਰਦਾ ਹੈ ਜੋ ਮਨ ਚਿੱਤ ਚੇਤੇ ਵਿੱਚ ਵੀ ਨਹੀਂ। ਫਿਰ ਉਹ ਬੂਧ ਮਨ ਵੱਖ ਪਛਤਾਉਂਦਾ ਹੈ, ਰੋਂਦਾ ਹੈ, ਕਰਲਾਉਂਦਾ ਹੈ, ਪਰ ਉਹ ਸਮਾਂ ਫਿਰ ਹੱਥ ਨਹੀਂ ਆਉਂਦਾ। ਕਿਉਂਕਿ ਉਸ ਪਰਿਪੂਰਨ ਪਰਮਾਤਮਾ ਦਾ ਨਿਯਮ ਇਹ ਮਰਿਆਦਾ ਹੈ, ਉਹ ਕਰਮ ਫਲ ਪ੍ਰਦਾਤਾ ਹੈ। ਕਰਮਾਂ ਦੇ ਜਰੀਏ ਮਨੁੱਖ ਨੂੰ ਫਿਰ ਦੁੱਖ ਤੇ ਸੁੱਖ ਦਿੰਦਾ ਜੋ ਭੁਗਤਣੇ ਪੈਂਦੇ ਨੇ, ਕਿ ਇਹ ਬੀਜ ਤੂੰ ਬੀਜੇ ਨੇ, ਇਹਨਾਂ ਦਾ ਫਲ ਤੂੰ ਸਵੈਂ ਭੁਗਤੇਗਾ। ਪਾਤਸ਼ਾਹ ਫਰਮਾਉਂਦੇ ਨੇ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ। ਤੂੰ ਕੀਤਾ ਸੀ ਕਰਮ, ਇਸਦਾ ਹਿਸਾਬ ਵੀ ਤੈਨੂੰ ਭਰਨਾ ਪਵੇਗਾ, ਸਹਾਰਨਾ ਪਵੇਗਾ। ਸ਼ਲੋਕ ਮਹਲਾ ਪਹਿਲਾ, ਨਾਨਕ ਫਿੱਕੈ ਬੋਲਿਐ ਤਨ ਮਨ ਫਿੱਕਾ ਹੋਏ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਰਹਿਬਰ ਜਗਤ ਗੁਰੂ ਉਪਦੇਸ਼ ਦਿੰਦੇ ਨੇ। ਇਹ ਪਾਵਨ ਬਚਨ ਆਪਣੀ ਬਾਣੀ ਵਿੱਚ ਸਤਿਗੁਰੂ ਬਿਆਨ ਕਰਦੇ ਨੇ। ਨਾਨਕ ਫਿੱਕੈ ਬੋਲਿਐ ਤਨ ਮਨ ਫਿੱਕਾ। ਫਿੱਕੇ ਬਚਨ ਦੇ ਕਹਿਣੇ ਸੇ ਤਨ ਤੇ ਮਨ ਵੀ ਫਿੱਕਾ ਹੋ ਜਾਂਦਾ, ਕਿਉਂਕਿ ਫਿੱਕੇ ਕੁੜੱਤਣ ਵਾਲੇ ਬਚਨ ਬੋਲੇ ਹਿਰਦਾ ਵਿਧਿਆ ਗਿਆ। ਬੁਰੇ ਬਚਨ ਕਹਿਣ ਕਥਨ ਤੇ ਬਾਅਦ ਵਿੱਚ ਪਛਤਾਵਾ ਹੁੰਦਾ ਹੈ ਕਿ ਮੈਂ ਕਿਉਂ ਬੁਰੇ ਆਖੇ। ਫਿਰ ਪਛਤਾਉਂਦਾ ਹੈ ਕਿ ਬੁਰੇ ਬਚਨ ਕਹਿ ਬੈਠਾ, ਕਬੋਲ ਬੋਲ ਬੈਠਾ, ਕਿ ਫਿਰ ਤਨ ਤੇ ਮਨ ਮੁਰਝਾ ਜਾਂਦਾ ਹੈ। ਮਨ ਵਿੱਚ ਖੁਸ਼ੀ ਨਹੀਂ ਹੁੰਦੀ ਬੁਰੇ ਬਚਨ ਬੋਲ ਕੇ, ਮੰਦੇ ਵਚਨ ਬੋਲ ਕੇ। ਪਾਤਸ਼ਾਹ ਫਰਮਾਉਂਦੇ ਨੇ ਮਨ ਵਿੱਚ ਸੋਗ ਹੋ ਜਾਂਦਾ ਹੈ। ਸਤਿਗੁਰੂ ਫਰਮਾਉਂਦੇ ਨੇ ਨਾਨਕ ਫਿੱਕੈ ਬੋਲਿਐ ਤਨ ਮਨ ਫਿੱਕਾ ਹੋਏ। ਮਨ ਵਿੱਚ ਸੋਗ ਆ ਜਾਂਦਾ ਹੈ ਕਿ ਬੜੇ ਕਬੂਲ ਬੋਲ ਬੈਠਾ। ਉਸ ਗੁਰਮੁਖ ਦਾ ਹਿਰਦਾ ਵਿੰਨਿਆ ਗਿਆ, ਮਨ ਸੋਗਾਂਤਰ ਹੋ ਜਾਂਦਾ ਹੈ, ਅਤ ਦਾ ਦੁਖੀ ਹੋ ਜਾਂਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਫਿੱਕੇ ਬਚਨ ਬੋਲਣੇ ਵਾਲਿਆਂ ਨੂੰ ਫਿੱਕਾ ਕਿਹਾ ਜਾਂਦਾ ਹੈ,
ਕਿ ਇਹਨਾਂ ਨਾਲ ਨਾ ਬੋਲੋ, ਕਿਉਂਕਿ ਇਹਨਾਂ ਨੇ ਹਿਰਦਾ ਵਿੰਨ ਦੇਣਾ। ਐਸੇ ਮਨੁੱਖਾਂ ਦੀ ਜਗਤ ਵਿੱਚ ਬਹੁ ਗਿਣਤੀ ਹੈ, ਕਿਉਂਕਿ ਰੰਗ ਲੱਗਿਆ ਨਹੀਂ, ਲਿਬਾਸ ਹੈ, ਭੇਖ ਹੈ, ਦਿਖਾਵਾ ਹੈ। ਉਹ ਬਚਨ ਬੋਲਦੇ ਨਹੀਂ, ਹਿਰਦਾ ਵਿੰਨ ਦਿੰਦੇ ਨੇ। ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ। ਫਿੱਕੇ ਬਚਨ ਬੋਲਣ ਖਾਲਿਆਂ ਦੀ ਸੋਭਾ ਵੀ ਫਿੱਕੀ ਹੁੰਦੀ ਹੈ, ਰਸਦਾਇਕ ਨਹੀਂ। ਪਾਤਸ਼ਾਹ ਫਰਮਾਉਂਦੇ ਨੇ, ਫਿੱਕਾ ਦਦ ਕਹਿ ਸਟੀਐ, ਮੋਏ ਥੁੱਕਾਂ ਫਿੱਕੇ ਪਾਏ। ਫਿੱਕਾ ਬਚਨ ਬੋਲਣ ਵਾਲਾ, ਰੱਬ ਦੇ ਜਨਾਂ ਦੇ ਹਿਰਦੇ ਵਿੰਨਣ ਵਾਲਾ, ਦਰਗਾਹ ਤੋਂ ਕਰਾਇਆ ਜਾਂਦਾ ਹੈ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਐਸੇ ਫਿੱਕੇ ਦੇ ਮੁਖ ਪਰ ਲਾਂਤ ਰੂਪ ਥੁੱਕ ਪੈਂਦੀ ਹੈ, ਲੱਖ ਲਾਹਣਤਾਂ। ਤੂੰ ਐਸੇ ਫਿੱਕੇ ਬਚਨ ਬੋਲੇ, ਸ਼ੁਭ ਬਚਨ ਨਹੀਂ ਬੋਲੇ। ਫਿੱਕਾ ਦਦ ਗਹਿ ਸਟੀਐ, ਮੋਏ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਭਾਣਾ ਲੈ ਸਜਾਏ। ਐਸਾ ਜੋ ਮਨਮੁਖ ਫਿੱਕੇ ਬੋਲਣ ਵਾਲਾ, ਉਸ ਨੂੰ ਕਿਹਾ ਜਾਂਦਾ ਹੈ ਮੂਰਖ ਹੈ। ਇਹਨੂੰ ਬੋਲਣ ਦੀ ਸੂਝੀ ਹੀ ਨਹੀਂ। ਅਗਿਆਨ ਅਵਿਦਿਆ ਦੀ ਅੰਧੇਰੀ ਰਾਤ ਵਿੱਚ ਜਿਉਂਦਾ ਹੈ। ਰਹਿਣੀ ਵਹਿਣੀ ਕਹਿਣੀ ਸਹਿਣੀ, ਸੂਝੀ ਹੀ ਮਤ ਕੀ। ਫਿੱਕਾ ਮੂਰਖ ਆਖੀਐ, ਭਾਣਾ ਲਹੈ ਸਜਾਏ। ਸਤਿਗੁਰੂ ਫਰਮਾਉਂਦੇ ਉਸ ਨੂੰ ਮੂਰਖ ਕਿਹਾ ਜਾਂਦਾ ਤਾਂ ਮੂਰਖ ਹੈ। ਕਿਉਂ ਲੁੱਝਣਾ ਹੈ ਮੂਰਖ ਨਾਲ। ਲੋਕ ਤੇ ਪਰਲੋਕ ਦੋਨਾਂ ਵਿੱਚ ਜੁੱਤੀਆਂ ਦੀ ਮਾਰ ਖਾਂਦਾ ਹੈ। ਇਸ ਲੋਕ ਵਿੱਚ ਵੀ, ਸੰਸਾਰੀਆਂ ਤੋਂ ਪਰਲੋਕ ਵਿੱਚ ਜਮਦੂਤਾਂ। ਪਾਤਸ਼ਾਹ ਫਰਮਾਉਂਦੇ ਨੇ, ਫਿੱਕਾ ਮੂਰਖ ਆਖੀਐ, ਭਾਣਾ ਲਹੈ ਸਜਾਏ। ਭਾਣਾ ਜੁੱਤੀਆਂ ਨੂੰ ਕਹਿੰਦੇ ਨੇ। ਮਹਲਾ ਪਹਿਲਾ, ਅੰਦਰੋਂ ਝੂਠੇ ਪੈਰ, ਬਾਹਰ ਦੁਨੀਆ ਅੰਦਰ ਫੈਰ। ਅੰਤ ਸਕਣ ਸੇ ਜੋ ਝੂਠੇ ਨੇ, ਖਿਸਦੇ ਵਿੱਚ ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਰਿਸ਼ਨਾਵਾਂ ਨੇ, ਅੱਤ ਦੇ ਲੋਭੀ ਨੇ। ਪਾਤਸ਼ਾਹ ਫਰਮਾਉਂਦੇ ਨੇ, ਦੁਨੀਆ ਵਿੱਚ ਸੱਚਾਈ ਦੀ ਪ੍ਰਤੀ ਸਾਡਾ ਬੜੀ ਫੈਲਾਉਂਦੇ ਨੇ, ਬੜਾ ਜਸ ਪ੍ਰਭਤਾ ਕਰਾਉਂਦੇ ਨੇ ਆਪਣੀ। ਸਤਿਗੁਰੂ ਫਰਮਾਉਂਦੇ ਨੇ, ਅੰਦਰੋਂ ਝੂਠੇ ਪੈਜ, ਬਾਹਰ ਦੁਨੀਆ ਅੰਦਰ ਫੈਜ। ਜਗਤ ਨੂੰ ਸੱਚੇ ਹੋ ਕੇ ਦਿਖਾਉਂਦੇ ਕਿ ਬੜੇ ਸੱਚੇ, ਬੜੀ ਵਡਿਆਈ, ਉਹਨਾਂ ਦੀ ਪ੍ਰਭਤਾ ਹੋ ਜਾਂਦੀ ਹੈ। ਕੁਝ ਸਮਾਂ ਝੂਠ ਦੇ ਬੱਦਲ ਆ ਜਾਂਦੇ, ਸੱਚ ਸੂਝ ਵਰਗਾ ਜਦ ਹੋ ਜਾਂਦਾ। ਕੂੜਤ ਖੁੱਟੈ ਨਾਨਕਾ, ਓੜਕ ਸੱਚ ਰੱਖੀ। ਪਰ ਅੰਤ ਸਕਣ ਤੋਂ ਝੂਠੇ ਨੇ। ਦੁਨੀਆ ਵਿੱਚ ਸੱਚਾਈ ਦੀ ਗਤੀ ਸੱਟਾ ਫੈਲਾਉਂਦੇ ਨੇ ਕਿ ਸੱਚੇ ਨੇ। ਐਸੇ ਬਾਹਰ ਨੇ ਝੂਠ ਨੂੰ ਸੱਚ ਬਣਾ ਦਿੰਦੇ ਨੇ। ਭੋਲੇ ਲੋਕ ਮੰਨ ਜਾਂਦੇ ਨੇ। ਇਹ ਜਗਤ ਵਿੱਚ ਵਰਤਾਰੇ ਵਰਤਦੇ ਨੇ। ਆਦਿ ਤੋਂ ਵਰਤਦੇ ਆਏ, ਅੱਜ ਦੇ ਨਹੀਂ। ਆਦਿ ਤੋਂ ਸਤਿਯੁਗ ਦੇ ਯੁੱਗ ਤੋਂ। ਤ੍ਰੇਤਾ ਆਇਆ, ਦੁਆਪਰ ਆਇਆ, ਹੁਣ ਕਲ ਯੁੱਗ ਹੈ। ਪਾਤਸ਼ਾਹ ਫਰਮਾਉਂਦੇ ਨੇ, ਫਿਰ ਐਸੇ ਮਨੁੱਖ ਜੋ ਅੰਦਰੋਂ ਝੂਠੇ ਨੇ, ਮੂਰਖ ਨੇ, ਅਗਿਆਨੀ ਨੇ, ਆਪਣੀ ਸੱਚਾਈ ਜਗਤ ਵਿੱਚ ਫੈਲਾਉਂਦੇ ਨੇ ਕਿ ਅਸੀਂ ਬੜੇ ਸੱਚੇ ਹਾਂ। ਬੜੀ ਪ੍ਰਭਤਾ, ਬੜੀ ਲੁਕਾਈ ਪਿੱਛੇ। ਪਾਤਸ਼ਾਹ ਕੀ ਫਰਮਾਉਂਦੇ ਨੇ, ਉਹਨਾਂ ਦੀ ਮੈਲ ਨਹੀਂ ਫਿਰ ਉਤਰਦੀ। ਭਾਵੇਂ 68 ਤੀਰਥਾਂ ਦਾ ਇਸ਼ਨਾਨ ਵੀ ਜਾ ਕੇ ਕਰਦਾ। ਪਾਤਸ਼ਾਹ ਫਰਮਾਉਂਦੇ ਨੇ, 68 ਤੀਰਥ ਜੇ ਨਾਵਹਿ, ਉਤਰੈ ਨਾਹੀ ਮੈਲ। 68 ਤੀਰਥ ਮੁੱਖ ਮੰਨੇ ਗਏ।
68 ਤੀਰਥ ਜੇ ਨਾਵੇ ਉਤਰੈ ਨਾਹੀ। 68 ਤੀਰਥ ਵਿੱਚ ਜੇ ਇਸ਼ਨਾਨ ਵੀ ਉਹ ਕਰ ਲਵੇ ਜਾ ਕੇ, तो भी मन से झूठ तो मैल उतरती नहीं, प्यारी हो जाती नहीं, वो जानी नहीं, क्योंकि झूठ है सच नहीं, झूठ है सच नहीं। ये झूठ बोले भावें 100 बार सच बोले, सच नहीं बने। झूठ बोले, झूठ का सहारा दिया, क्योंकि युग कल युग का झूठ दा बरतारा। कल जुग रत अग्न का कूड़ अगै रथवाओ, रथवा की कूड़ है, क्योंकि जुग कल युग दा है, कूड़ दा बड़ा प्रभाव असर पैदा है। जगत सुते मन लैंदा है झूठ नूं सच नूं नहीं। पातशाह फरमाउंदे 68 तीरथ जे नावे उतरै नाही मैं, जे नपट अंदर बाह गुदड़ ते भले संसार। जिन्हां दे अंदर अट साफ ने, हिरदा शुद्ध है, जो बाहर गुदड़ियां विच लपेटे भी हुए ने। जिन पट अंदर बाहर गुदड़ ते भले संसार, तिन्हां दी भी क्रिया भी ठीक है, परंतु तो संसार विच भले ने चंगे ने, उन्हां दी बड़ी शोभा वडियाई है। पर जे विचारीए जे हीरे मोती जवाहरात मिलदे ने, उत्थे इकट्ठ नहीं हुंदा। वो अधिकारी गाहक वेले ही जांदे ने उन्हां हट्टां ते, होर हट्टां ते बड़ियां भीड़ां हुंदियां, पर जिथे हीरे मोती जवाहरात अणमुल्ली माणक ने, उत्थे इकट्ठ नहीं हुंदा। वैसे रब दे प्यारे उन्हां दी संगत इंज नहीं मिलदी। सतगुरां दे इह भी वचन ने, गुरु अर्जन देव महाराज जी दे पावन वचन श्री सुखमनी साहिब विच कि परमेश्वर कृपा करे, परमात्मा हरि कृपा करे, फिर पूरन ब्रह्म स्रोत दी ब्रह्मदेवती गुरु दी संगत नसीब होंदी। इंज नहीं कृपा तो खाद कृपा ते संत भेटिया, नानक मन प्रगास, फिर चानन प्रकाश हो जाता है, सोझी आ जाती है। भाग होआ गुर संत बुलाया, भाग ਵੱਡੇ ਭਾਗ ਸੀ, ਪਰ ਬਲ ਪੁੰਨ ਸੀ, ਰੱਬ ਦਾ ਜਨ ਮਿਲਿਆ ਹੋਇਆ, ਜੁੜਿਆ ਹੋਇਆ, ਮੇਲ ਹੋ ਗਿਆ, ਬੁਲਾ ਦਿੱਤਾ ਪਰਮੇਸ਼ਰ ਨੇ। ਭਾਗ ਹੋਆ ਗੁਰ ਸੰਤ ਬੁਲਾਇਆ, ਪ੍ਰਭ ਅਬਨਾਸੀ, ਘਰ ਮਹਿ ਪਾਇਆ, ਸੁਤੇ ਅਬਨਾਸੀ ਪ੍ਰਭੂ ਪਾਲਿਆ। ਕਿਉਂਕਿ ਮਿਲੇ ਹੋਏ ਦੀ ਸੰਗਤ ਹੀ ਬੁਲਾਉਂਦੀ ਹੈ। ਪਾਤਸ਼ਾਹ ਦੇ ਬਚਨ ਵੀ ਨੇ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ, ਕੱਚੇ ਉਹ ਤਾਂ ਕੱਚੇ ਜੋ ਰੱਬ ਦੇ ਜਨ ਨੇ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਇਹ ਗੁੱਦੜਾਂ ਨਾਲ ਲਪੇਟੇ ਨੇ, ਤੇ ਇਹਨਾਂ ਦੀ ਕਿਰਿਆ ਬੇਟੀ ਹੈ, ਪਰੰਤੂ ਸੋ ਸੰਸਾਰ ਵਿੱਚ ਭਲੇ ਉਹ ਰੱਬ ਦੇ ਜਨ। ਖੈਣ ਵੇਲੇ ਨਾਹੀ ਘਣੇ ਫੈਲ ਫੱਕੜ, ਸੰਸਾਰ ਘਣੇ ਨਹੀਂ ਆਖਿਆ ਗੁਰਦੇਵ ਨੇ, ਬਦਲੇ ਨੇ। ਪਿੱਛੇ ਸੀ ਹੁਣ ਵੀ ਅੱਗੇ ਵੀ ਹੋਵਣ, ਉਹ ਸਦੀਵੀ ਨੇ ਸਦਾ ਨੇ ਇਹ ਨਹੀਂ ਕਿਹਾ। ब्रह्म ज्ञानी सद जीवै नहीं मरता, पढ़ो अखियां खोले नानक सो अखड़ियां बयान जिनी दसंदो मां मेरी। पातशाह फरमाउंदे ने, तेन ने हो लगा रब सेती देखने विचार, रंग हसे रंग रोवे चुप भी कर जाग। सतगुरु पातशाह फरमाउंदे ने, तिन नेहो लगा रब सेती देखने विचार। तिन्हां दा रब नाल प्रेम लगा, परमेश्वर नाल गुरु नानक नाल बने आए। रब दे देखण वास्ते विचार करके हसदे उन्हां दी इह दशा है। ऐसे विचारी ने, तिन नेहो लगा रब सेती देखने विचार।
ਵਿਚਾਰ ਕਰਦੇ ਰਹਿੰਦੇ ਨੇ। ਰੱਬ ਦੇ ਪਿਆਰੇ, ਰੱਬ ਦੇ ਪ੍ਰੇਮੀ ਵਿਚਾਰੀ ਨੇ। ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਦੀ ਦਸ਼ਾ ਕੈਸੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਬਿਆਨ ਕਰਦੇ ਨੇ, ਦਸ਼ਾ ਕੈਸੀ, ਦਸ਼ਾ ਕੈਸੀ ਰਹਿਣੀ। ਰੰਗ ਹੱਸੈ ਰੰਗ ਰੋਵ ਹੈ, ਚੁੱਪ ਭੀ ਕਾਜ ਜਾਗੈ। ਕਦੇ ਪ੍ਰੇਮ ਦੇ ਵਿੱਚ ਹੱਸਦੇ ਵੀ ਨੇ, ਕਦੇ ਪ੍ਰੇਮ ਕਰਕੇ ਵਿਰਾਗ ਵਿੱਚ ਰੋਂਦੇ ਵੀ ਨੇ। ਰੱਬ ਦੇ ਪਿਆਰੇ ਪ੍ਰੇਮ ਕਰਕੇ ਚੁੱਪ ਕਰਕੇ ਅੰਤਰਮੁਖ ਵੀ ਹੋ ਜਾਂਦੇ ਨੇ, ਬੋਲਦੇ ਹੀ ਨਹੀਂ। ਰੰਗ ਹੱਸੈ ਰੰਗ ਰੋਵ ਹੈ, ਚੁੱਪ ਭੀ ਕਰ ਜਾਗੈ। ਇਹ ਪਾਤਸ਼ਾਹ ਫਰਮਾਉਂਦੇ ਨੇ, ਪਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੇ ਨਾ। ਦਰਵਾਟ ਉਪਰ ਖਰਚ ਮੰਗਾ, ਜਬੈ ਦੇ ਤਾਂ ਖਾ। ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਰਹਿਬਰ, ਜਗਤ ਗੁਰੂ ਸਤਿਗੁਰੂ ਇਹ ਪਾਵਨ ਉਪਦੇਸ਼ ਦਿੰਦੇ ਨੇ, ਪਿਆਰਿਓ ਰੱਬ ਦੇ ਪਿਆਰੇ ਬਿਨਾਂ ਸੱਚੇ ਪਰਮੇਸ਼ਰ ਦੇ, ਬਿਨਾਂ ਵਾਹਿਗੁਰੂ ਦੇ ਨਾਮ ਦੇ ਕਿਸੇ ਦੀ ਕਨੌੜ ਅਧੀਨਗੀ ਪਰਵਾਹ ਨਹੀਂ ਕਰਦੇ। ਕੋਈ ਪਰਵਾਹ ਕਿਸੇ ਹਕੂਮਤ ਦੀ, ਸੰਸਾਰੀਆਂ ਦੀ। ਭਾਵੇਂ ਸੰਸਾਰ ਇੱਕ ਪਾਸੇ, ਰੱਬ ਦਾ ਜਨ ਇੱਕ ਪਾਸੇ। ਇਹ ਆਦ ਤੋਂ ਚੱਲੀ ਆਉਂਦੀ ਹੈ। ਪ੍ਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੇ ਨਾ। ਕਿਉਂਕਿ ਪਰਮੇਸ਼ਰ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦੇ। ਪਰਮੇਸ਼ਰ ਦੇ ਦਰ ਪਹੁੰਚਣੇ ਦੀ ਜੋ ਡੰਡੀ, ਭਗਤੀ ਦਾ ਰਸਤਾ ਮਾਰਗ, ਉਹ ਰਸਤਾ ਨਹੀਂ ਛੱਡਦੇ। ਦਾ ਖਰਚਾ ਨਾਮ ਮੰਗਦੇ, ਜੇ ਪਰਮੇਸ਼ਰ ਨਾਮ ਦਵੇ ਤਬ ਖਾਂਦੇ। ਦਰਵਾਟ ਉੱਪਰ ਖਰਚ ਮੰਗਾ, ਜਬੈ ਦੇ ਤਾਂ ਖਾ। ਦੀਵਾਨ ਏਕੋ ਕਲਮ ਏਕਾ, ਖਮਾ ਤੁਮਾ ਮੇਲ। ਦਰ ਲਏ ਲੇਖਾ ਭੀੜ ਛੁਟੈ, ਨਾਨਕਾ ਜਿਉ ਤੇਲ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਪਿਆਰਿਓ ਦੀਵਾਨ ਏਕੋ ਕਲਮ ਏਕਾ, ਖਮਾ ਤੁਮਾ ਮੇਲ। ਆਸਰਾ ਵੀ ਇੱਕ ਦਾ ਹੈ, ਦੀਵਾਨ ਆਸਰਾ ਟੇਕ ਇੱਕ। ਹੁਕਮ ਕਲਮ ਵੀ ਇੱਕ ਦੀ ਚੱਲੀ ਹੈ, ਕਿਸੇ ਦੂਜੇ ਦੀ। ਇਸ ਭਾਵ ਕੇ ਨਾ ਸਮਝ ਕੇ ਜੋ ਹੰਤਾ ਮਮਤਾ ਕੌਮੇ ਵਿੱਚ ਇਤ ਜੀਵਾਂ ਦਾ ਮੇਲ ਕਰਦਾ। ਹੁਕਮ ਨੂੰ ਕਲਮ ਪਰਮੇਸ਼ਰ ਦੇ ਹੱਥ। ਇਸੇ ਜੀਵ ਦਾ ਜਦ ਦਰਗਾਹ ਵਿੱਚ ਹਿਸਾਬ ਹੋਵੇਗਾ ਤਾਂ ਪੀੜ ਦੁੱਖ ਪਾ ਕੇ ਫਿਰ ਛੁੱਟਣਗੇ, ਪੀੜਾ ਲੱਗੇ, ਦੁਖੀ ਹੋ ਬਣਗੇ, ਕਿਉਂਕਿ ਪਰਮੇਸ਼ਰ ਦਾ ਹੁਕਮ ਨਹੀਂ ਜਾਣਿਆ। ਦਰ ਲਏ ਲੇਖਾ ਪੀੜ ਛੁਟੈ, ਨਾਨਕਾ ਜਿਉ ਤੇਲ। ਜੈਸੇ ਤੇਲ ਨਿਕਾਲਣੇ ਵਾਸਤੇ ਤਿਲ ਪੀੜੇ ਜਾਂਦੇ ਨੇ ਕੋਲੂ ਦੇ ਵਿੱਚ, ਫਿਰ ਤੇਲ ਕੱਢਿਆ ਜਾਂਦਾ ਹੈ ਤਿਲਾਂ ਦਾ, ਸਰੋਂ ਦਾ। ਇਉਂ ਫਿਰ ਦੁੱਖ ਪਾਉਂਦੇ ਨੇ ਜੋ ਪਰਮੇਸ਼ਰ ਤੋਂ ਬੇਮੁਖ ਨੇ, ਨਾਮ ਨਹੀਂ ਜਪਦੇ, ਪਰਮੇਸ਼ਰ ਦਾ ਭੈ ਡਰ ਨਹੀਂ ਮੰਨਦੇ। ਪਾਤਸ਼ਾਹ ਫਰਮਾਉਂਦੇ ਨੇ, ਪੌੜੀ ਆਪੇ ਹੀ ਕਰਣਾ ਕੀਓ, ਕਲ ਆਪੇ ਹੀ ਤੈ ਧਾਰੀਐ। ਆਪ ਹੀ ਪਰਮੇਸ਼ਰ ਨੇ ਇਹ ਪ੍ਰਪੰਚ ਕੀਤਾ, ਸੰਸਾਰ ਕੀਤਾ, ਫਿਰ ਆਪ ਹੀ ਆਪਣੀ ਸ਼ਕਤੀ ਧਾਰਨ ਕੀਤੀ ਹੈ। ਵਾਹਿਗੁਰੂ ਆਪੇ ਹੀ ਕਰਣਾ ਕੀਓ, ਕਲ ਆਪੇ ਹੀ ਤੈ ਧਾਰੀਐ। ਦੇਖੈ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀ ਹੈ। ਸਤਿਗੁਰੂ ਫਰਮਾਉਂਦੇ ਨੇ, ਕੱਚੀ ਭਾਵ ਪਾਪੀ ਪੁੰਨੀ ਸਾਰੀ ਹੈ। ਨਰਦਾ ਜੀਵਾ ਰੂਪੀ ਸਭ ਕੋ ਸਥਿਤ ਕਰਕੇ ਉਹ ਦੇਖਦਾ ਹੈ ਪਰਮੇਸ਼ਰ। ਇਹ ਨਹੀਂ ਆਪਾਂ ਨੂੰ ਕੋਈ ਦੇਖਦਾ ਨਹੀਂ, ਉਹ ਤਾਂ ਸਰਬ ਵਿਆਪਕ ਹੈ ਪਿਆਰਿਓ, ਜਦੇ ਜਦੇ ਵਿੱਚ ਬੈਠਾ ਹੈ, ਸਭ ਥਾਈਂ ਉਹ ਦੇਖ ਰਿਹਾ। ਐਸਾ ਮਾਲਕ ਵਿਆਪਕ ਹੈ, ਦੇਖੈ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀ। ਪਾਪੀ ਤੇ ਪੁੰਨੀ ਹਰੀਆਂ ਨਜ਼ਰਾਂ ਜੀਵਾਂ ਰੂਪੀ ਸਭ ਨੂੰ ਸਥਿਤ ਕਰਕੇ ਦੇਖਦਾ ਹੈ। ਇਹ ਪਾਪੀ ਹੈ, ਪੁੰਨੀ ਹੈ। ਰਾਤ ਕਿਵੇਂ ਗੁਜ਼ਾਰੀ, ਦਿਨ ਕਿਵੇਂ ਬਤੀਤ ਹੋਇਆ, ਮਨੁੱਖ ਮੁਨਕਰ ਨਹੀਂ ਹੋ ਸਕਦਾ, ਕਿਉਂਕਿ ਵਹੀ ਤੇ ਲਿਖਿਆ ਜਾਂਦਾ ਹੈ। ਸਤਿਗੁਰੂ ਫਰਮਾਉਂਦੇ ਨੇ,
जो आया सो चल सी सब कोई आई वारी है। सतगुरु पातशाह फरमाਉਂਦੇ ने जो आया सो चल सी सब कोई आई वारी है। जो आया है जगत विच मिलत मंडल, क्योंकि ऐसे भी मंडल ने अध्यात्मक जिथे मौत ही नहीं, ये जगत संसार प्यारियो मिलत मंडल है। मिलत मंडल जग साजिया जो बालो करवार, सारी लुकाई जगत मृत्यु देखी। सबना ने वरना सबना ने विछड़ना है। संयोग वियोग तुरों ही हुआ तुरों होया। जो आया सो चल सी सब कोई आई वारी। जो आया सो सब कोई अपनी वारी अनुसार चला जाएगा। वारी सबना दी आनी। सबना दा एक दिन जन्म मरण विच बदल जाना, खुशी गमी विच बदल जानी। क्योंकि नियम ये मर्यादा है, विधान है परमेश्वर का। जो जन्म लिया एक दिन मरण विच बदलेगा। वारी आपो अपनी कोई ना बंदा है। धीर कोई धीरज नहीं बन सकता कि मैं जाना क्यों नहीं, मरना क्यों नहीं। राणा राव ना को रखै रंग ना तुंग फकीर। वारी आपो अपनी कोई ना बंदा है। धीर कोई धीरज नहीं बन सकता। पातशाह फरमाते हैं जैसे के जी प्राण है क्यों साहिब मनो विसारी है। पातशाह फरमाते ने प्यारियो, जिस परमात्मा ने वाहे गुरु ने प्राण दिते हुए ने, उसनु मन तो क्यों भुलाइए, ना भुलाइए ना विसारिए। जिसके जी प्राण है क्यों मनो, क्यों साहिब मनो विसारी है। क्यों भुलाना है उस मालिक को, क्यों विसारना। आपन हथी अपना आपे ही कीता, आपे ही काज सवारी है। आपन हथी अपना आपे ही काज सवारी है। अपने हाथ से अपना काम आप ही सवारना करेंगे। क्योंकि ये जन्म अमोलक है, इसका लाहा लेंगे। आपन हथी अपना आपे ही काज सवार। पातशाह फरमाते अपने हथी, क्योंकि परमात्मा ने खत दिते ने, सोझी दिती है, पाम दिते ने, नेत्र दिते ने, मुख दिते ने, नासकार। बड़ियां बख्शिशां परमेश्वर ने इस मनुख ते कीतियां ने, बड़ा परोपकार कीता। पातशाह फरमाते ने तू अपना कारज अपना काम आप सवार सकदा है। शुभ कर्म करके सच्ची करनी करके परमेश्वर की इबादत बंदगी करके तेरे पाप खंडन हो सकते हैं। अनेकां दे होए भगत वाल्मीकि जी और भी याद भगत होए जिन्हां ने एक जपिया परमेश्वर नूं शरण रब दे जनां दी लई तद करे। पातशाह फरमाते ने आपन हथी अपना आपे ही काज सवार। मुक्ति दे वास्ते पुरखास्त करना चाहिए। ये नहीं असी पापी खां नहीं कुछ होगा। यत्न कर, उद्यम कर। धन धन बाबा नंद सिंह महाराज जी ने बख्शिशां करनियां भाई। केवल कर्म ही नहीं, उद्यम भी जरूरी है। उद्यम कर, नाम नूं जप। वो परमेश्वर बड़ा दयालु है, बड़ा कृपालु है। ढैण विच देरी है, बख्शण विच देरी नहीं, वो बख्श देगा। ढै पवेगा बख्शिया जावेगा। वो मालिक जिस मालिक ने सज्जन ठग वर्गे कौड़े रक्ष वर्गे आदि तारे ने अनेकां नूं तारे। तू भी शरण लै लवेगा, ढै पवेगा बख्शिया जावेगा। सलोक महला दूजा एक नेही आशिकी, दूजै लगै जाए। नानक आशिक कांडियै सदी रह समाए।
ਸਤਿਗੁਰੂ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ। ਇਹ ਕਨੇਹੀ ਆਸ਼ਕੀ, ਆਸ਼ਕੀ ਪ੍ਰੀਤ ਨੂੰ ਕਹਿੰਦੇ ਨੇ, ਪ੍ਰੇਮ। ਇਹ ਕੈਸੀ ਪ੍ਰੀਤ ਹੈ ਜਿਸ ਕਰਕੇ ਦੂਸਰੇ ਭਾਵ ਮਨ ਵਿੱਚ ਜਾ ਲੱਗੇ। ਐਸੀ ਪ੍ਰੀਤਵਾਨ ਸੋ ਕਹਿਆ ਜਾਂਦਾ ਜੋ ਸਦਾ ਹੀ ਆਪਣੇ ਮਸ਼ੂਕ ਪਰਮੇਸ਼ਰ ਵਿੱਚ ਸਮਾਇਆ ਰਹੇ। ਉਹ ਸੱਚਾ ਆਸ਼ਿਕ ਹੈ, ਸੱਚੀ ਪ੍ਰੀਤ ਵਾਲਾ ਜੋ ਪਰਮੇਸ਼ਰ ਨਾਲ ਸਮਾਇਆ ਹੈ। ਦਿਲੋਂ ਮੁਹੱਬਤ ਜਿਨ ਸੇ ਸੱਚੇ ਆ ਜੋ ਦਿਲੋਂ ਅਰਾਧਦੇ ਨੇ ਮੇਰੇ ਵਾਹਿਗੁਰੂ ਸੱਚੇ। ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈ। ਉਹ ਸੱਚੀ ਆਸ਼ਕੀ ਮੁਹੱਬਤ ਪ੍ਰੀਤਮ ਪਰਮੇਸ਼ਰ ਨੂੰ ਪਾ ਦੇ। ਇਹ ਕਨੇਹੀ ਆਸ਼ਕੀ ਦੂਜੈ ਲੱਗੈ। ਇਹ ਕੈਸੀ ਪ੍ਰੀਤ ਹੈ ਜਿਸ ਕਾ ਦੂਸਰੇ ਭਾਵ ਵਿੱਚ ਮਨ ਲੱਗ ਜਾਵੇ। ਉਹ ਕਹਿਦੀ ਕਾਦੀ ਆਸ਼ਕੀ ਹੈ, ਕਾਦੀ ਪ੍ਰੀਤ। ਸੱਚੀ ਪ੍ਰੀਤ ਆ ਉਹ ਹੈ। ਪਾਤਸ਼ਾਹ ਕਹਿੰਦੇ ਨੇ ਨਾਨਕ ਆਸ ਕਾਂਢੀਐ ਸਦਗੀ ਰਹਿ ਸਮਾਏ। ਉਹ ਆਸ਼ਕ ਕਿਹਾ ਜਾਂਦਾ। ਸੋ ਸਦੀਵੀ ਆਪਣੇ ਮਸ਼ੂਕ ਕੌਣ? ਪਰਮੇਸ਼ਰ ਪ੍ਰਮਾਤਮਾ ਵਿੱਚ ਸਮਾ ਰਹੇ। ਐਸੇ ਆਸ਼ਕ ਹੋਏ ਬੰਦ ਬੰਦ ਕੱਟੇ ਗਏ, ਖੋਪਰ ਲੈ ਗਏ। ਐਸੀ ਪ੍ਰੀਤ ਉਸ ਪਰਮੇਸ਼ਰ ਨਾਲ ਸਮਰੱਥ ਗੁਰੂ ਨਾਲ ਦੇਗੀਆਂ ਵਿੱਚ ਉਵਾੜੇ ਗਏ। ਪਰ ਪ੍ਰੀਤ ਵਿੱਚ ਕੋਈ ਫਰਕ ਨਹੀਂ ਪਿਆ। ਮੁੱਖੋਂ ਸੱਚੇ ਦੀ ਬਾਣੀ ਦਾ ਜਾਣ। ਉਹ ਐਸੀ ਆਸ਼ਕ ਉਸ ਸੱਚੇ ਦੀ ਜਾਨ ਵਿੱਚ ਰੱਤੇ ਹੋਏ। ਬੋਲ ਕਬੋਲ ਜਗਤ ਦੇ ਵੀ ਜਾਂਦੇ ਨੇ ਪਰ ਪਰਮੇਸ਼ਰ ਦਾ ਮਾਰਗ ਨਹੀਂ ਛੱਡਦੇ। ਆਸ਼ਕ ਇਸ਼ਕ ਰੰਗ ਵਿੱਚ ਰੱਤੇ ਹੁੰਦੇ ਬੇਪਰਵਾਹ। ਬੋਲ ਕਬੋਲ ਜਗਤ ਦਾ ਜਰ ਕੇ ਤੁਰਨ ਰੱਬ ਦੇ। ਉਹ ਰੱਬ ਦਾ ਮਾਰਗ ਨਹੀਂ ਛੱਡਦੇ ਕਿਉਂਕਿ ਰੰਗ ਵਿੱਚ ਰੱਤੇ ਨੇ ਕਿਸ ਦੇ? ਪਰਮੇਸ਼ਰ ਦੇ, ਵਾਹਿਗੁਰੂ ਦੇ। ਪ੍ਰੇਮੀ ਐਸੇ ਚੰਗਾ ਚੰਗਾ ਕਰ ਮੰਨੈ ਮੰਦੈ ਮੰਦਾ ਹੋਏ। ਆਸ਼ਕ ਇਹੋ ਨਾ ਆਖੀਐ ਜੇ ਲੇਖੈ ਵਰਤੈ ਸੋਏ। ਜੋ ਪਰਮੇਸ਼ਰ ਨਾਲ ਜੋ ਲੇਖੇ ਵਿੱਚ ਵਰਤਦਾ ਹੈ। ਚੰਗਾ ਚੰਗਾ ਕਰ ਮੰਨੈ ਮੰਦੈ ਮੰਦਾ। ਜੋ ਪਰਮੇਸ਼ਰ ਨਾਲ ਜੋ ਲੇਖੇ ਵਿੱਚ ਵਰਤਦਾ ਸੋ ਆਸ਼ਕ ਨਹੀਂ ਕਿਹਾ ਜਾਂਦਾ। ਭਾਵ ਜੋ ਇਸ਼ਟ ਅਨਿਸ਼ਟ ਵਿੱਚ ਸੁਖੀ ਦੁਖੀ ਹੁੰਦਾ ਉਹ ਪ੍ਰੇਮੀ ਨਹੀਂ ਕਿਹਾ ਜਾਂਦਾ। ਮਹਲਾ ਦੂਜਾ ਸਲਾਮ ਜਵਾਬ ਦੋਵੈ ਕਰੇ ਮੁੱਢੋਂ ਘੁੱਥਾ ਜਾਏ। ਜੋ ਨਮਸਕਾਰ ਵੀ ਕਰੇ ਅੱਗੇ ਸੇ ਜਵਾਬ ਵੀ ਕਰੇ। ਭਗਤ ਕਹਾਵੇ ਬਸਤਾਵਾ ਮਨੁੱਖਤਾ ਦਾ ਕਰੇ। ਸੋ ਮੋਹ ਰੂਪ ਕਰਤਾ ਪੁਰਖ ਸੋ ਭੁੱਲ ਜਾਂਦਾ ਹੈ ਪਿਆਰਿਓ। ਸਲਾਮ ਜਵਾਬ ਦੋਵੈ ਕਰੇ ਮੁੱਢੋਂ ਘੁੱਥਾ ਜਾਏ। ਨਾਨਕ ਦੋਵੈ ਕੂੜੀਆਂ ਥਾਏ ਨਾ ਕਾਈ ਪਾਏ। ਪਾਤਸ਼ਾਹ ਫਰਮਾਉਂਦੇ ਨੇ ਪਿਆਰਿਓ ਤਿੰਨਾਂ ਦਾ ਸਲਾਮ ਜਵਾਬ ਦੋਨੋਂ ਰੀਤੀਆਂ ਝੂਠੀਆਂ ਨੇ, ਸੱਚੀਆਂ ਨਹੀਂ। ਸਲਾਮ ਵੀ ਕਰਦਾ ਜਵਾਬ ਸਵਾਲ ਵੀ ਕਰਦਾ। ਦੋਨੋਂ ਰੀਤੀਆਂ ਝੂਠੀਆਂ ਨੇ, ਕੋਈ ਵੀ ਠਿਕਾਣੇ ਨਹੀਂ ਪੈਂਦੀ। ਪਾਤਸ਼ਾਹ ਵੀ ਕਹਿੰਦੇ ਨਾਨਕ ਦੋਵੈ ਕੂੜੀਆਂ ਥਾਏ ਨਾ ਕਾਈ ਪਾਈ। ਉਹ ਥਾਂ ਪੈਂਦੀ ਹੀ ਨਹੀਂ। ਪੌੜੀ ਜਿਤ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜੀ ਸੇਵਾ ਕਰੇ ਬੰਦਗੀ ਕਰੇ ਇਬਾਦਤ ਕਰੇ ਸੁਖ ਮਿਲਦਾ ਹੈ ਪਿਆਰੇ। ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਇਹ ਸੁਆਮੀ ਦਾ ਸਬਦ ਦਾ ਕਾਲ ਸਿਮਰਨ ਕਰੀਏ। ਜਿਸ ਦੀ ਸੇਵਾ ਕਰੀਆਂ ਨਾਮ ਜਪਿਆ ਸੁਖ ਨਸੀਬ ਹੋ। ਉਸ ਮਾਲਕ ਨੂੰ ਸਿਮਰੀਏ। ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ। ਸਤਿਗੁਰੂ ਪਾਤਸ਼ਾਹ ਸਮਤ ਦਿੰਦੇ ਨੇ, ਉਪਦੇਸ਼ ਬਖਸ਼ਦੇ ਨੇ ਸੱਚੇ ਸਤਿਗੁਰੂ ਕੇ ਪਿਆਰਿਓ। ਜਿਸ ਬੁਰੀ ਘਾਲ ਕਰਕੇ ਆਪਣਾ ਹੀ ਕੀਤਾ ਪਾਉਣਾ ਹੈ ਆਪਾਂ। ਇਹਦੀ ਸਜ਼ਾ ਤੇ ਦੁੱਖ ਮਿਲਣਾ ਹੈ ਆਪਾਂ। ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ। ਤਬ ਉਹ ਬੁਰੀ ਕਰਨੀ ਕਿਉਂ ਕਮਾਈਏ। ਕਿਉਂ ਪਾਪ ਸਿੰਚਨ ਕਰੀਏ, ਕਿਉਂ ਬੁਰਾ ਬੋਲੀਏ।
क्योंकि वो दुख फिर सहना पवेगा, वो सहारना पवेगा। जित कीता पाइए अपना, सकाल बुरी क्यों घालीए, वो बुरी घाल ना घालीए। बीज बीजे आप, फिर वढ़ना भी आप पैना, जो पता है फिर क्यों वो काम करेंगे। पातशाह फरमाते ने, मंदा मूल ना की चई, दे लम्मी नदर निहाली है। सतगुरु पातशाह उपदेश दिंदे ने प्यारिओ, मंदा कर्म कभी भी ना करिए। मंदा मूल ना कीची, दे लम्मी नदर निहाली। लम्मी नदर किवें आखिया पातशाह ने, कैसी लंबी दृष्टि, ऐसी लंबी दृष्टि दे के देख तक विराग करके जगत नूं नास रूप जान, ज्ञान दृष्टि नाल देख प्रेम रूप दे। ये देख के जगत संसार सਦੀवी रहन वाला, दृष्ट मान के सगल मथेना, एक दिन नास हो जाएगा जो देखदा है। ये सुख भोग रस एक दिन दुख विच बदल जावणगे। दिन है रात विच बदलेगा, खुशी है दुख विच बदलनी है। मंदा मूल ना कीची, दे लम्मी नदर निहाली। ज्यों साहिब नाल ना हारीए, ते वेहा पासा ढालीए। जैसे साहिब नाल प्रण कीते हुए ने, कादे प्रण ने, पातशाह ये भी फरमाते हैं। जदों तू माता दे गर्भ विच सी, तू प्रण कीता सी, जपांगा रातांगा दसवंध कड्डांगा, पर भुल गया तू परमेश्वर दा भै ते डर दूर कर दिता। ज्यों साहिब नाल ना हारीए, ते वेहा पासा ढालीए। सब प्रण कीता सी परमेश्वर नाल बंदगी दा, भजन दा, भजन करने दा बचन को ना खार जाए। यो हार ना तैसा पासा ढाल, मन वाणी शीर से भजन विच यतन कर, बंदगी विच जोड़। नित दा नेमी बन, गुरु दा भै ते डर मन, क्योंकि वो मालिक तेरे कदमां नूं वो देखदा ते सुनदा है। किश लाहे उपर घालीए, पातशाह फरमाउंदे ने, कुछ लाहे दे उपर कमाई कर, लाहा लै फराणी तू आया लाहा लै। लगा कित को फकड़ी सब मुकदी चली रैण, तू लाहा लैने आया। इस अमोलक जन्म दा लाहा लै, एक बार तेनू ये मौका वारी दिती है। गोबिंद मिलन की ये तेरी वरिया ये वारी है। लाहा लै विच नाम लाभ होवे सो कर, क्योंकि नाम दा है जुग कल जुग दा है। कल केवल नाम आधार, नाम दे जपियां ही अपना उधार है। सतगुरु दे उपदेश ते चलिए, गुर शब्दी गुरमतिए बणीए, नाम नूं जपीए। संग करिए सतपुरुषां दा, अपना अमोलक जन्म सफल हो जावेगा। संगी है निरंकार, हे निर्गुण सब टेक, हे गोबिंद हे गुण निधान, या कै सदा विवेक, हे परम्पर हर हरे, भी होवन हार, हे संता कै सदा संग, निदान